ਬੜੀ ਬਦਕਿਸਮਤੀ ਹੈ ਕਿ ਅਸੀਂ ਉਹਨਾਂ ਚੀਜ਼ਾਂ ਲਈ ਬੈਠੇ ਆ ਇੱਥੇ ਜਿਹੜੀਆਂ ਅਸੀਂ ਮੰਗੀਆਂ ਹੀ ਨਹੀਂ, ਹੈ ਨਾ। ਤੁਸੀਂ ਦੇਖ ਰਹੇ ਹੋ ਚੱਪੇ ਚੱਪੇ ਤੇ ਕਿਸਾਨ ਬੈਠੇ ਨੇ ਤੇ ਕਿੰਨੀ ਔਖੀ ਇੱਥੇ ਗਰਾਊਂਡ ਜ਼ੀਰੋ ਤੋਂ ਜਦੋਂ ਬੰਦਾ ਦੇਖਦਾ ਨਾ ਫਿਰ ਪਤਾ ਲੱਗਦਾ ਇਹਨਾਂ ਦੀ ਤਕਲੀਫ ਫਿਰ ਸਮਝ ਆਉਂਦੀ ਹੈ ਕਿ ਬੜਾ ਔਖਾ ਸਮਾਂ ਸਾਡੇ ਤੇ ਚੱਲ ਰਿਹਾ ਹੈ। ਤੁਸੀਂ ਕਹਿ ਰਹੇ ਹੋ ਕਿ ਜ਼ੁਲਮ ਕਰ ਰਹੇ ਨੇ, ਆਪ ਸਰਕਾਰਾਂ ਵੀ ਕਹਿ ਰਹੀਆਂ ਕਿ ਅਸੀਂ ਕਿਸਾਨਾਂ ਦੇ ਨਾਲ ਆ, ਫਿਰ ਇਹ ਜੁਮਲੇ ਨੇ ਸਰਕਾਰਾਂ ਦੇ ਕੀ? ਹਾਂਜੀ 100% ਇਹ ਜਿਹੜਾ ਸਾਡਾ ਪ੍ਰਧਾਨ ਮੰਤਰੀ ਹੈ ਨਰਿੰਦਰ ਮੋਦੀ ਇਹ ਜੁਮਲੇਬਾਜ਼ ਹੈ। ਜਦੋਂ ਹੱਸ ਰਿਹਾ ਸੀ ਸੰਸਦ ਦੇ ਵਿੱਚ ਤਾਂ ਮੈਨੂੰ ਬੜਾ ਜ਼ਿਆਦਾ ਤਕਲੀਫ ਹੋ ਰਹੀ ਸੀ ਅੰਦਰੋਂ ਕਿ ਇਹ ਸਾਡੇ ਤਕਲੀਫ ਨੂੰ ਕਿੰਨਾ ਹੱਸ ਕੇ ਮਤਲਬ ਉਹਨੂੰ ਅਸੀਂ ਕੀੜੇ ਮਕੌੜੇ ਨਜ਼ਰ ਆ ਰਹੇ ਹਾਂ। ਤੁਸੀਂ ਇਹ ਦੇਖੋ ਵੀ ਮੈਂ ਕੱਲ੍ਹ ਇੱਥੇ ਕਿਸਾਨ ਮੇਰੇ ਨਾਲ ਗੱਲ ਕਰ ਰਹੇ ਸੀ, ਅੱਜ ਤੋਂ 30 ਸਾਲ ਪਹਿਲਾਂ ਖੇਤਾਂ ਦੇ ਵਿੱਚ ਇੰਨੀਆਂ ਸਪਰੇਆਂ 40 ਸਾਲ ਪਹਿਲਾਂ ਇੰਨੀਆਂ ਸਪਰੇਆਂ ਨਹੀਂ ਸੀ ਹੁੰਦੀਆਂ। ਇਹਨਾਂ ਨੇ ਕੀ ਕੀਤਾ, ਐਡਵਰਟਾਈਜ਼ ਕਰਨਾ ਸ਼ੁਰੂ ਕੀਤਾ। ਇੱਕ ਕੁੜੀ ਨੂੰ ਇੱਕ ਬੈਗ ਫੜਾਇਆ ਕਿ ਆਹ ਤੁਹਾਡੇ ਖੇਤ ਦੇ ਵਿੱਚ ਤੁਸੀਂ ਆਹ ਖਾਦ ਪਾਓ, ਇਹਦੇ ਨਾਲ ਤੁਹਾਡੀ ਪ੍ਰੋਡਕਸ਼ਨ ਵਧੂਗੀ। ਪਰ ਤੁਸੀਂ ਮੈਨੂੰ ਦੱਸੋ ਹਰੀ ਕ੍ਰਾਂਤੀ ਲਿਆ ਕੇ ਚਿੱਟੀ ਕ੍ਰਾਂਤੀ ਲਿਆ ਕੇ ਸਾਡੇ ਕੀ ਪੱਲੇ ਪਿਆ? ਸਾਡੇ ਫਕਰ ਤੋਂ ਇਹ ਸਾਨੂੰ ਫਿਕਰ ਤੱਕ ਲਾਏ, ਇਹ ਸੰਘਰਸ਼ ਸਾਡੇ ਪੱਲੇ ਪੈ ਰਹੇ ਹਨ। ਕਿਸਾਨ ਬੈਠੇ ਨੇ ਇਸ ਵਕਤ ਆਪਣੇ ਮੰਗਾਂ ਲਈ ਬੈਠੇ ਨੇ। ਹਾਂਜੀ ਦੂਜੇ ਪਾਸੇ ਕੁਝ ਮਾਨਸਿਕ ਰੋਗੀ ਕਹਿ ਸਕਦੇ ਹਾਂ ਕਿ ਜਿਹੜੇ ਕਿਸਾਨਾਂ ਨੂੰ ਆਤੰਕਵਾਦੀ, ਖਾਲਿਸਤਾਨੀ, ਮਾਓਵਾਦੀ, ਵੱਖਵਾਦੀ ਕੁਝ ਇੱਦਾਂ ਦੀਆਂ ਸਟੇਟਮੈਂਟਾਂ ਦੇ ਰਹੇ ਨੇ, ਉਹਨਾਂ ਦੇ ਦਿਮਾਗ ਲਈ ਉਹਨਾਂ ਨੂੰ ਵੀ ਲੋੜ ਹੈ ਦਵਾਈ ਦੀ। ਜਿਹਦੀ ਵਜ੍ਹਾ ਨਾਲ ਤੁਹਾਡੀ ਪਲੇਟ ਦੇ ਵਿੱਚ ਫੁਲਕਾ ਹੈ ਨਾ, ਜਿਹਦੀ ਵਜ੍ਹਾ ਨਾਲ ਨੋ ਫਾਰਮਰ ਨੋ ਫੂਡ, ਜਿਹੜਾ ਅੰਨਦਾਤਾ ਹੈ ਉਹਨੂੰ ਤੁਸੀਂ ਆਤੰਕਵਾਦੀ ਕਹੋਗੇ ਤਾਂ ਅਸੀਂ ਸਾਰੇ ਆਤੰਕਵਾਦੀ ਹਾਂ। 100% ਅਸੀਂ ਐਕਸੈਪਟ ਕਰਦੇ ਹਾਂ ਇਸ ਗੱਲ ਨੂੰ। ਫਿਰ ਤੁਸੀਂ ਕੀ ਹੋ? ਤੁਸੀਂ ਆਪਣੇ ਬਾਰੇ ਡਿਸਕ੍ਰਾਈਬ ਕਰੋ। ਇਸ ਗੱਲ ਲਈ ਸਿਹਰਾ ਸਾਡੇ ਸਿਰ ਆਉਂਦਾ ਹੈ, ਇਸ ਗੱਲ ਦੀ ਸਾਨੂੰ ਫਖਰ ਹੈ, ਇਸ ਗੱਲ ਤੇ ਅਸੀਂ ਖੁਸ਼ ਹਾਂ ਕਿ ਅਸੀਂ ਸਾਰੇ ਦੇਸ਼ ਨੂੰ ਨਾਲ ਲੈ ਕੇ ਚੱਲੇ ਹਾਂ। ਪਰ ਤੁਸੀਂ ਕੋਈ ਨਾ ਸਾਰੇ ਦੇਸ਼ ਦੇ ਬਿਆਨ ਲੈ ਸਾਰੇ ਬਾਕੀ ਤੁਸੀਂ ਸੂਬਿਆਂ ਦੇ ਜਿੰਨੇ ਵੀ ਲੋਕ ਬੈਠੇ ਨੇ ਉਹਨਾਂ ਨੂੰ ਪੁੱਛ ਕੇ ਦੇਖ ਲਓ ਕਿ ਉਹਨਾਂ ਦੀ ਉਹ ਤਾਂ ਸਾਡੇ ਤੋਂ ਵੀ ਜ਼ਿਆਦਾ, ਉਹ ਤਾਂ ਕਹਿੰਦੇ ਤੁਸੀਂ ਡਟੇ ਰਹੋ, ਅਸੀਂ ਤੁਹਾਨੂੰ ਪਿੱਛਾ ਨਹੀਂ, ਅਸੀਂ ਤੁਹਾਡੇ ਨਾਲ ਖੜਾਂਗੇ, ਹਰ ਗੱਲ 'ਚ ਤੁਹਾਡੇ ਨਾਲ ਖੜਾਂਗੇ। ਜਿਹੜਾ ਪੈਸੇ ਦਾ ਰੰਗ ਹੈ ਇਹਨਾਂ ਨੂੰ ਚੜਿਆ ਹੋਇਆ ਹੈ ਨਾ, ਇਹਨਾਂ ਨੂੰ ਇਸ ਕਰਕੇ ਸਾਡੀ ਵੀ ਦੁੱਖ ਨਹੀਂ ਨਜ਼ਰ ਆਉਂਦੇ। ਇਹਨਾਂ ਦੇ ਤਾਂ ਆਉਣੇ ਕੀ ਆ, ਇਹ ਸਾਡੇ ਤੋਂ ਪਹਿਲਾਂ ਮਰ ਜਾਣਗੇ। ਜਿਹੜੇ ਹੁਣ ਇਸ ਨੂੰ ਇਹ ਪ੍ਰੈਜ਼ੈਂਟ ਕਰ ਰਹੇ ਨੇ ਕਿ ਕਿਸਾਨ ਸਾਡੇ ਖੇਤਾਂ 'ਚੋਂ ਕਰਕੇ ਪੈਸੇ ਲੈ ਕੇ ਜਾ ਰਹੇ ਨੇ, ਪਰ ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖ ਲਿਓ ਕਿੰਨੇ ਖੁਸ਼ ਨੇ, ਹੈ ਨਾ। ਕਾਰਪੋਰੇਟ ਸਿਸਟਮ ਕੋਲੇ ਕੀ ਗਰੰਟੀ ਆ, ਕੀ ਦਊਗੇ ਉਹ ਤਾਂ ਸਿਰਫ 300 ਰੁਪਇਆ ਜਾਂ 400 ਰੁਪਇਆ ਇੱਕ ਮੁਕਰਰ ਕਰ ਦੇਣਗੇ ਵੀ ਆਹ ਤੁਹਾਡੀ ਦਿਹਾੜੀ ਆ, ਜੇ ਇੱਕ ਵੀ ਛੁੱਟੀ ਦੀ ਪਰਮਿਸ਼ਨ ਨਹੀਂ ਹੈਗੀ। ਦਿੱਲੀ ਦੇ ਨੇੜੇ ਵੱਖ-ਵੱਖ ਬਾਰਡਰਾਂ ਦੇ ਉੱਤੇ ਕਿਸਾਨ ਸੰਘਰਸ਼ ਪਿਛਲੇ ਲੰਮੇ ਸਮੇਂ ਤੋਂ ਲਗਭਗ 2 ਮਹੀਨੇ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਹੈਗੇ ਨੇ ਉਹ ਅੰਦੋਲਨ ਦੇ ਵਿੱਚ ਲੰਮੇ ਸਮੇਂ ਤੋਂ ਹੀ ਡਟੇ ਹੋਏ ਰਹੇ। ਜਿੱਥੇ ਲੋਕ ਰਹਿੰਦੇ ਨੇ ਉੱਥੇ ਉਹਨਾਂ ਨੂੰ ਜਿੱਥੇ ਖਾਣ ਪੀਣ ਦੀਆਂ ਜ਼ਰੂਰਤਾਂ, ਉਹਨਾਂ ਸਹੂਲਤਾਂ ਦੀ ਲੋੜ ਪੈਂਦੀ ਹੈ, ਉਸ ਦੇ ਨਾਲ ਜਿਹੜੀਆਂ ਸਿਹਤ ਸਹੂਲਤਾਂ ਜਾਂ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਦੀ ਜ਼ਰੂਰਤ ਰਹਿੰਦੀ ਹੈ। ਸੋ ਵੱਖ-ਵੱਖ ਜਿਹੜੇ ਪ੍ਰੋਫੈਸ਼ਨਾਂ ਨਾਲ ਜੁੜੇ ਹੋਏ ਲੋਕ ਨੇ ਉਹ ਆਪਣੀਆਂ ਸੇਵਾਵਾਂ ਜਾਂ ਆਪਣਾ ਸਹਿਯੋਗ ਦੇਣ ਲਈ ਇਸ ਅੰਦੋਲਨ ਦੇ ਵਿੱਚ ਸ਼ਮੂਲੀਅਤ ਕਰਦੇ ਰਹਿੰਦੇ ਨੇ। ਸੋ ਅੱਜ ਅਸੀਂ ਬੈਠੇ ਹਾਂ ਸਿੰਘੂ ਬਾਰਡਰ ਦੇ ਉੱਤੇ, ਜਿੱਥੇ ਕਿ ਸਾਡੇ ਨਾਲ ਜੁੜੇ ਹੋਏ ਨੇ ਇੱਥੇ ਡਾਕਟਰ ਗੁਰਪ੍ਰੀਤ ਕੌਰ ਜੀ। ਸਵਾਗਤ ਕਰਦੇ ਡਾਕਟਰ ਸਾਹਿਬ। ਹਾਂਜੀ ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ। ਤੇ ਡਾਕਟਰ ਸਾਹਿਬ ਵੀ ਇੱਥੇ ਆਪਣਾ ਜਿਹੜੇ ਸਿਹਤ ਸਹੂਲਤਾਂ ਦੇਣ ਲਈ ਇੱਥੇ ਹਾਜ਼ਰ ਹੋਏ ਨੇ, ਇੱਥੇ ਕੈਂਪ ਲਗਾਇਆ ਹੋਇਆ। ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ, ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਜਿਹੜਾ ਇਹ ਮੋਰਚਾ? ਪਹਿਲਾਂ ਤਾਂ ਸਰਕਾਰ ਦੇ ਬਾਰੇ ਅਸੀਂ ਗੱਲਬਾਤ ਕਰੀਏ ਕਿ ਕਿਸ ਤਰ੍ਹਾਂ ਦੇਖਦੇ ਹੋ ਜੋ ਕਿਸਾਨਾਂ ਨੂੰ ਇੱਥੇ ਲੰਮੇ ਸਮੇਂ ਤੋਂ ਬਹਿਣਾ ਪੈ ਰਿਹਾ ਹੈ ਤੇ ਸਰਕਾਰ ਦੇ ਜਿਹੜੇ ਟਸ ਤੋਂ ਮਸ ਨਹੀਂ ਜੇ ਤੱਕ ਹੋ ਰਹੀ। ਹਾਂਜੀ ਬੜੀ ਬਦਕਿਸਮਤੀ ਹੈ ਕਿ ਅਸੀਂ ਉਹਨਾਂ ਚੀਜ਼ਾਂ ਲਈ ਬੈਠੇ ਆ ਇੱਥੇ ਜਿਹੜੀਆਂ ਅਸੀਂ ਮੰਗੀਆਂ ਹੀ ਨਹੀਂ, ਹੈ ਨਾ। ਸਾਡੀਆਂ ਮੰਗਾਂ ਤਾਂ ਕਦੇ ਸੁਣੀਆਂ ਨਹੀਂ ਜਾਂਦੀਆਂ, ਪਰ ਸਾਡੇ ਤੇ ਥੋਪ ਰਹੇ ਨੇ ਉਹ ਚੀਜ਼ਾਂ ਜਿਹੜੀਆਂ ਅਸੀਂ ਜਿਹੜੇ 3 ਕਾਲੇ ਕਾਨੂੰਨ ਲੈ ਕੇ ਆਏ ਨੇ, ਤੁਹਾਨੂੰ ਸਭ ਨੂੰ ਹੁਣ ਪਤਾ ਹੀ ਆ ਉਹਨਾਂ ਬਾਰੇ, ਤੇ ਅਸੀਂ ਉਹ ਮੰਗਿਆ ਹੀ ਨਹੀਂ, ਸਾਡੀ ਉਹ ਡਿਮਾਂਡ 'ਚ ਹੀ ਨਹੀਂ ਹੈ। ਜਿਹੜੀਆਂ ਚੀਜ਼ਾਂ ਸਾਡੀ ਡਿਮਾਂਡ 'ਚ ਨੇ ਉਹ ਕਦੇ ਸੁਣਦੇ ਨਹੀਂ ਹੈਗੇ। ਇਸ ਤਰ੍ਹਾਂ ਦੀ ਗੌਰਮੈਂਟ ਆ ਕਿ ਅਸੀਂ ਬੜੇ ਬਦਕਿਸਮਤ ਆ। ਕਿੰਨਾ ਤੁਸੀਂ ਦੇਖ ਰਹੇ ਹੋ ਚੱਪੇ ਚੱਪੇ ਤੇ ਕਿਸਾਨ ਬੈਠੇ ਨੇ ਤੇ ਕਿੰਨੀ ਔਖੀ ਇੱਥੇ ਗਰਾਊਂਡ ਜ਼ੀਰੋ ਤੋਂ ਜਦੋਂ ਬੰਦਾ ਦੇਖਦਾ ਨਾ ਫਿਰ ਪਤਾ ਲੱਗਦਾ ਇਹਨਾਂ ਦੀ ਤਕਲੀਫ ਫਿਰ ਸਮਝ ਆਉਂਦੀ ਹੈ ਕਿ ਬੜਾ ਔਖਾ ਸਮਾਂ ਸਾਡੇ ਤੇ ਚੱਲ ਰਿਹਾ ਹੈ। ਪਰ ਮਹਾਰਾਜ ਦੀ ਅਪਾਰ ਬਖਸ਼ਿਸ਼ ਹੈ ਕਿ ਇਕਜੁੱਟਤਾ ਕਰਕੇ ਅਸੀਂ ਬੜੇ ਸਬਰ ਨਾਲ ਇਸ ਚੀਜ਼ ਨੂੰ, ਇਹਦੇ ਜ਼ੁਲਮ ਨੂੰ, ਇਸ ਦੇ ਜ਼ਬਰ ਨੂੰ ਅਸੀਂ ਸਹਿ ਰਹੇ ਹਾਂ, ਚੱਲ ਰਹੇ ਹਾਂ। ਹਾਂਜੀ ਡਾਕਟਰ ਸਾਹਿਬ, ਦੇਖੋ
ਲੰਮੇ ਸਮੇਂ ਤੋਂ ਜਿਹੜਾ ਆਪਾਂ ਦੇਖਦੇ ਹਾਂ ਕਿ ਸੰਘਰਸ਼ ਚੱਲ ਰਿਹਾ ਹੈ, ਤੁਸੀਂ ਕਹਿ ਰਹੇ ਹੋ ਕਿ ਜ਼ੁਲਮ ਕਰ ਰਹੇ ਨੇ, ਆਪ ਸਰਕਾਰਾਂ ਵੀ ਕਹਿ ਰਹੀਆਂ ਕਿ ਅਸੀਂ ਕਿਸਾਨਾਂ ਦੇ ਨਾਲ ਆ, ਫਿਰ ਇਹ ਜੁਮਲੇ ਨੇ ਸਰਕਾਰਾਂ ਦੇ ਕੀ? ਹਾਂਜੀ 100% ਇਹ ਜਿਹੜਾ ਸਾਡਾ ਪ੍ਰਧਾਨ ਮੰਤਰੀ ਹੈ ਨਰਿੰਦਰ ਮੋਦੀ, ਇਹ ਜੁਮਲੇਬਾਜ਼ ਹੈ ਹਨਾ, ਕਿ ਇਹਨੇ ਜਿਹੜਾ ਕਿਰਤ ਕਰਨ ਵਾਲਾ, ਹੱਡ ਭੰਨਵੀਂ ਮਿਹਨਤ ਕਰਨ ਵਾਲਾ ਬੰਦਾ, ਉਹਨੂੰ ਇਹ ਸੜਕਾਂ ਤੇ ਖਿੱਚ ਲਿਆਇਆ ਹਨਾ। ਸੜਕਾਂ ਤੇ ਖਿੱਚਣ ਦਾ ਤੁਸੀਂ ਆਪ ਹੀ ਸੋਚੋ ਵੀ ਕਿੰਨਾ ਕਿ ਇਹਨੇ ਆਪਦੀ ਰੋਜੀ ਰੋਟੀ ਕਮਾ ਕੇ, ਕਿਰਤ ਕਮਾਈਆਂ ਕਰਕੇ ਖਾਣ ਵਾਲੀ ਕੌਮ ਨਾਲ ਵੀ ਇਹਨਾਂ ਦਰਵੇਸ਼ ਰੂਹਾਂ ਨਾਲ ਕਿੰਨਾ ਧੱਕਾ ਹੋ ਰਿਹਾ। ਇਹ ਸਭ ਨੂੰ ਤੁਸੀਂ ਸਾਰੇ ਲੋਕ ਤੁਹਾਡੇ ਧੰਨਵਾਦੀਆਂ, ਗੋਦੀ ਮੀਡੀਆ ਨੇ ਤਾਂ ਕਦੇ ਇਹ ਚੀਜ਼ਾਂ ਦਿਖਾਈਆਂ ਨਹੀਂ, ਉਹ ਤਾਂ ਹੋਰ ਹੀ ਚੀਜ਼ਾਂ ਪੇਸ਼ ਕਰ ਦਿੰਦੇ ਨੇ ਜਿਹੜੀਆਂ ਅਸੀਂ ਕੀਤੀਆਂ ਨਹੀਂ ਹੈਗੀਆਂ। ਉਹ ਤਾਂ ਉਹਨਾਂ ਦੇ ਆਪਣੇ ਜਿਹੜੇ ਬੰਦੇ ਭੇਜ ਕੇ ਜਿਹੜਾ ਗੁੰਡਾਗਰਦੀ ਉਹਨਾਂ ਨੇ ਫੈਲਾਈ ਸੀਗੀ ਉਹੀ ਦਿਖਾਈਆਂ ਨੇ। ਪਰ ਤੁਹਾਡੇ ਪੰਜਾਬ ਵਾਲਿਆਂ ਦੇ ਅਸੀਂ ਧੰਨਵਾਦੀ ਹਾਂ ਕਿ ਤੁਸੀਂ ਸਭ ਨੇ ਸਾਡੇ ਦਰਦ ਨੂੰ ਕੈਮਰੇ ਤੇ ਲਿਆ ਕੇ ਸਭ ਦੀਆਂ ਅੱਖਾਂ ਖੋਲੀਆਂ। ਇਹ ਨੈਸ਼ਨਲ ਲੈਵਲ, ਇੰਟਰਨੈਸ਼ਨਲ ਲੈਵਲ ਤੇ ਵੀ ਤੁਸੀਂ ਸਾਡੀ ਸਪੋਰਟ ਕੀਤੀ, ਇਸ ਲਈ ਅਸੀਂ ਤੁਹਾਡੇ ਰਿਣੀ ਰਹਾਂਗੇ। ਇੰਨੇ ਲੋਕ ਇੱਥੇ ਬੈਠੇ ਨੇ, ਸੰਘਰਸ਼ ਚੱਲ ਰਿਹਾ ਹੈ, ਇੰਨੇ 8-9 ਗੇੜ 10 ਗੇੜਾਂ ਦੀ ਜਿਹੜੀ ਮੀਟਿੰਗ ਹੋ ਚੁੱਕੀ ਹੈ, ਕਿਸਾਨ ਆਗੂ ਸਮਝਾ ਚੁੱਕੇ ਨੇ ਸਰਕਾਰ ਨੂੰ ਕਿ ਕਾਨੂੰਨਾਂ ਦੇ ਜਿਹੜੇ ਨੁਕਸਾਨ ਕੀ ਨੇ, ਹਾਂਜੀ ਫਿਰ ਵੀ ਅੰਦੋਲਨ ਜੀਵੀ ਵਰਗੇ ਸ਼ਬਦਾਂ ਦਾ ਕਿਸਾਨਾਂ ਲਈ ਇਸਤੇਮਾਲ ਕੀਤਾ ਜਾ ਰਿਹਾ। ਹਾਂਜੀ ਇਹ ਰਕਤ ਜੀਵੀ ਹੈ, ਇਸ ਕਰਕੇ ਸਾਨੂੰ ਅੰਦੋਲਨ ਜੀਵੀ ਕਹਿ ਰਿਹਾ। ਜਦੋਂ ਹੱਸ ਰਿਹਾ ਸੀ ਸੰਸਦ ਦੇ ਵਿੱਚ ਤਾਂ ਮੈਨੂੰ ਬੜਾ ਜ਼ਿਆਦਾ ਤਕਲੀਫ ਹੋ ਰਹੀ ਸੀ ਅੰਦਰੋਂ ਕਿ ਇਹ ਸਾਡੇ ਤਕਲੀਫ ਨੂੰ ਕਿੰਨਾ ਹੱਸ ਕੇ, ਮਤਲਬ ਉਹਨੂੰ ਅਸੀਂ ਕੀੜੇ ਮਕੌੜੇ ਨਜ਼ਰ ਆ ਰਹੇ ਹਾਂ। ਇਹਨਾਂ ਦੀ ਨਜ਼ਰਾਂ 'ਚ ਸਾਡੀ ਕੀਮਤ ਕਿੰਨੀ ਕੁ ਆਏ ਅਸੀਂ ਸਮਝ ਸਕਦੇ ਹਾਂ ਹਨਾ, ਕਿੰਨਾ ਕਿ ਇਸ ਕਰਕੇ ਮੈਂ ਕਹਿ ਰਹੀ ਹਾਂ ਕਿ ਸਾਨੂੰ ਮੁੜ ਕੇ ਸੁਰਜੀਤ ਹੋਣਾ, ਪਿੰਡਾਂ ਨੂੰ ਸੁਰਜੀਤ ਕਰਨਾ ਪੈਣਾ, ਸ਼ਹਿਰਾਂ ਨੂੰ ਸੁਰਜੀਤ ਕਰਨਾ ਪੈਣਾ। ਕਾਰਪੋਰੇਟ ਸਿਸਟਮ ਦੇ ਜਿਨ੍ਹਾਂ ਨੇ ਸਾਨੂੰ ਉੱਤੇ ਇੰਨਾ ਕੁ ਕਾਬਜ਼ ਹੋਏ ਨੇ ਸਾਡੇ ਤੇ, ਅਸੀਂ ਇਹਨਾਂ ਦੇ ਵਿੱਚੋਂ ਸਾਨੂੰ ਇਹਨਾਂ ਦੀ ਗੁਲਾਮੀ 'ਚੋਂ ਬਾਹਰ ਨਿਕਲਣਾ ਪੈਣਾ, ਤਾਂ ਸਾਡੀ ਜਿਹੜੀ ਅਸਤਿਤਵ ਆ ਉਹ ਸਾਡਾ ਨਿਕਲ ਕੇ ਸਾਹਮਣੇ ਆਊਗਾ ਕਿ 70-80% ਲੋੜਾਂ ਪਿੰਡਾਂ ਵਾਲਿਆਂ ਦੀਆਂ ਪਿੰਡਾਂ 'ਚ ਪੂਰੀਆਂ ਹੁੰਦੀਆਂ ਨੇ। ਅਸੀਂ ਹੁਣ ਮਾਲਸ ਦੇ ਵਿੱਚੋਂ ਖਰੀਦਾਂਗੇ ਨਹੀਂ। ਅਸੀਂ ਇਸ ਗੱਲ ਦੇ ਉੱਤੇ ਬਹੁਤ ਕੰਮ ਕਰ ਰਹੇ ਹਾਂ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰਨਾ ਕਿ ਤੁਹਾਡੀ ਆਪਣੀ ਹੀ ਪ੍ਰੋਡਕਸ਼ਨ ਹੋਣੀ ਚਾਹੀਦੀ ਆ। ਸਾਡੇ ਤਾਂ ਕਿਸਾਨ ਲੇਜ਼ ਹੋਣ, ਕਿਸਾਨ ਦਾ ਹੀ ਹਰ ਸਮਾਨ ਮਤਲਬ ਸਟੋਰਸ ਦੇ ਵਿੱਚ ਹੋਵੇ, ਕਿਸਾਨ ਦੇ ਹੀ ਸਟੋਰਸ ਹੋਣ ਇਨ ਫਿਊਚਰ। ਮੈਂ ਪੜ੍ਹ ਰਿਹਾ ਸੀ ਤੁਸੀਂ ਇੱਥੇ ਪੈਂਫਲੇਟ ਜਿੱਦਾਂ ਉਹਦੇ ਉੱਤੇ ਦੇਖ ਰਹੇ ਹਾਂ ਅਸੀਂ ਕਿ ਲਿਖਿਆ ਹੋਇਆ ਹੈ ਸਾਰਾ, ਤੁਸੀਂ ਸਿਹਤ ਸੰਬੰਧੀ ਲਿਖਿਆ ਹੈ ਕਿ ਕਿਸ ਤਰ੍ਹਾਂ ਦਾ ਸਾਨੂੰ ਖਾਣ ਪਾਣ ਹੋਣਾ ਚਾਹੀਦਾ ਹੈ। ਤੁਸੀਂ ਕਾਰਪੋਰੇਟ ਨੂੰ ਵੀ ਜਿੱਦਾਂ ਹੁਣ ਗੱਲ ਕੀਤੀ ਆ, ਤੁਹਾਨੂੰ ਕੀ ਲੱਗਦਾ ਹੈ ਕਿ ਗਿਣੀ ਮਿੱਥੀ ਸਾਜ਼ਿਸ਼ ਹੈ? ਜਦੋਂ ਅਸੀਂ ਦੇਖਦੇ ਹਾਂ ਕਿ ਕਾਰਪੋਰੇਟ ਜਿਹੜੇ ਘਰਾਣੇ ਆ, ਜਦੋਂ ਪੰਜਾਬ ਦੇ ਵਿੱਚ ਅਸੀਂ ਦੇਖਦੇ ਪੁਰਾਣੇ ਸਮਿਆਂ ਦੇ ਵਿੱਚ ਕੁਝ ਲੋਕ ਜਿਹੜੇ ਸੀਗੇ ਦਾਤਣ ਕਰਦੇ ਸੀ, ਹਾਂਜੀ ਠੀਕ ਹੈ ਜੀ, ਤੇ ਜਾਂ ਕਹਿੰਦੇ ਅਸੀਂ ਕਿ ਕਾਲਖ ਨਾਲ ਵੀ ਸੀਗੇ ਸਾਫ਼ ਕਰਦੇ ਸੀ ਦੰਦਾਂ ਨੂੰ, ਕੋਲੇ ਨਾਲ ਕਰਦੇ ਸੀ ਹੈ ਨਾ। ਪਹਿਲਾਂ ਕਿਸੇ ਸਮੇਂ ਜਿਹੜੀਆਂ ਕਾਰਪੋਰੇਟ ਜਿਹੜੇ ਘਰਾਣੇ ਹੈਗੇ ਆ, ਜਦੋਂ ਆਪਣਾ ਪ੍ਰੋਡਕਟ ਲੈ ਕੇ ਆਉਂਦੇ ਆ, ਇਹ ਉਦੋਂ ਕਹਿੰਦੇ ਸੀਗੇ ਕਿ ਤੁਸੀਂ ਕਿਉਂ ਕਾਲਖ ਨਾਲ ਕਰ ਰਹੇ ਹੋ ਇਹ, ਤੇ ਅਸੀਂ ਆਪਣੇ ਪ੍ਰੋਡਕਟ ਉਤਾਰ ਰਹੇ ਹਾਂ ਮਾਰਕੀਟ ਦੇ ਵਿੱਚ ਦੰਦ ਸਾਫ਼ ਕਰਨ ਦੇ ਲਈ ਹੈ ਨਾ। ਤੇ ਅੱਜ ਜਦੋਂ ਫਿਰ ਉਹਨਾਂ ਗੱਲਾਂ ਦੀ ਕਰਦੇ ਕਿ ਸਾਡੀ ਜਿਹੜੇ ਪ੍ਰੋਡਕਟ ਦੇ ਵਿੱਚ ਕੋਲਾ ਹੈ, ਸਾਡੇ ਪ੍ਰੋਡਕਟ ਦੇ ਵਿੱਚ ਨਮਕ ਹੈ ਨਾ। ਸੋ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਇਹ ਸਾਡੇ ਜੀਵਨ ਦੇ ਵਿੱਚ ਪਾਈਆਂ ਗਈਆਂ ਨੇ ਚੀਜ਼ਾਂ, ਸਾਨੂੰ ਮੁੜ ਕੇ ਉੱਥੇ ਜਾਣਾ ਚਾਹੀਦਾ? ਸਾਨੂੰ ਬਿਲਕੁਲ ਵਾਪਸੀ ਉੱਥੇ ਕਰਨੀ ਪੈਣੀ ਆ, ਕਿਉਂਕਿ ਜਿਹੜੀ ਘਰ ਵਾਪਸੀ ਦੀ ਬਹੁਤ ਲੋੜ ਹੈ। ਇਹਨਾਂ ਨੇ ਪ੍ਰੋਡਕਸ਼ਨ ਜਿਵੇਂ ਹੁਣ ਐਡ ਕੀਤੀ ਹੈ ਨਾ, ਤੁਸੀਂ ਇਹ ਦੇਖੋ ਵੀ ਮੈਂ ਕੱਲ੍ਹ ਇੱਥੇ ਕਿਸਾਨ ਮੇਰੇ ਨਾਲ ਗੱਲ ਕਰ ਰਹੇ ਸੀ, ਅੱਜ ਤੋਂ 30 ਸਾਲ ਪਹਿਲਾਂ ਖੇਤਾਂ ਦੇ ਵਿੱਚ ਇੰਨੀਆਂ ਸਪਰੇਆਂ 40 ਸਾਲ ਪਹਿਲਾਂ ਇੰਨੀਆਂ ਸਪਰੇਆਂ ਨਹੀਂ ਸੀ ਹੁੰਦੀਆਂ। ਇਹਨਾਂ ਨੇ ਕੀ ਕੀਤਾ, ਐਡਵਰਟਾਈਜ਼ ਕਰਨਾ ਸ਼ੁਰੂ ਕੀਤਾ। ਇੱਕ ਕੁੜੀ ਨੂੰ ਇੱਕ ਬੈਗ ਫੜਾਇਆ ਕਿ ਆਹ ਤੁਹਾਡੇ ਖੇਤ ਦੇ ਵਿੱਚ ਤੁਸੀਂ ਆਹ ਖਾਦ ਪਾਓ, ਇਹਦੇ ਨਾਲ ਤੁਹਾਡੀ ਪ੍ਰੋਡਕਸ਼ਨ ਵਧੂਗੀ। ਪਰ ਤੁਸੀਂ ਮੈਨੂੰ ਦੱਸੋ, ਹਰੀ ਕ੍ਰਾਂਤੀ ਲਿਆ ਕੇ, ਚਿੱਟੀ ਕ੍ਰਾਂਤੀ ਲਿਆ ਕੇ ਸਾਡੇ ਕੀ ਪੱਲੇ ਪਿਆ? ਸਾਡੇ ਫਖਰ ਤੋਂ ਇਹ ਸਾਨੂੰ ਫਿਕਰ ਤੱਕ ਲਾਏ, ਇਹ ਸੰਘਰਸ਼ ਸਾਡੇ ਪੱਲੇ ਪੈ ਰਹੇ ਹੈ ਨਾ। ਇਸ ਕਰਕੇ ਅਸੀਂ ਇਹਨਾਂ ਦੀਆਂ ਜੁਮਲੇਬਾਜ਼ੀਆਂ 'ਚੋਂ ਬਾਹਰ ਨਿਕਲਣਾ, ਇਹਨਾਂ ਨੂੰ ਰਕਤ ਜੀਵੀਆਂ ਤੋਂ ਅਸੀਂ ਆਪਣਾ ਖਹਿੜਾ ਛਡਾਉਣਾ, ਅਸੀਂ ਮੁੜ ਕੇ ਪਿੰਡਾਂ ਨੂੰ ਸੁਰਜੀਤ ਕਰਨਾ। ਮੈਂ ਤਾਂ ਬਲਕਿ ਕਹਿੰਦੀ ਹਾਂ ਚੁੱਲ੍ਹੇ 'ਤੇ ਰੋਟੀ ਬਣਾਓ, ਕਿ ਜਿਹੜਾ ਉਹ ਗੋਬਰ ਦੀ ਚੁੱਲ੍ਹੇ ਪਾਥੀਆਂ ਦੇ ਨਾਲ ਜਿਹੜੀ ਰਾਖ ਬਣਦੀ ਆ, ਉਹ ਬੱਚਿਆਂ ਦੇ ਵਿੱਚ ਵਰਮਸ ਨਹੀਂ ਹੁੰਦੇ ਪੇਟ ਦੇ ਵਿੱਚ। ਜਿੱਥੇ ਮਰਜ਼ੀ ਤੁਸੀਂ ਪੜ੍ਹ ਲਓ, ਮੈਂ ਇਸ ਗੱਲ ਲਈ ਚੈਲੰਜ ਲਈ ਤਿਆਰ ਹਾਂ। ਤੇ ਬਾਕੀ ਜਿਵੇਂ ਹੁਣ ਤੁਸੀਂ ਸੇਂਦਾ ਨਮਕ ਤੁਸੀਂ ਪਾਉਂਦੇ ਹੋ ਦਾਲ ਸਬਜ਼ੀਆਂ ਦੇ ਵਿੱਚ, ਹਾਈ ਬਲੱਡ ਪ੍ਰੈਸ਼ਰ ਨਹੀਂ ਹੁੰਦਾ, ਇਨਪੋਟੈਂਸੀ ਨਹੀਂ ਹੁੰਦੀ, ਇਨਫਰਟੀਲਿਟੀ ਨਹੀਂ ਹੁੰਦੀ ਮੇਲਸ ਦੇ ਵਿੱਚ, ਜੇ ਅਸੀਂ ਨਮਕ ਜਿਹੜਾ ਦੇਸੀ ਨਮਕ ਯੂਜ਼ ਕਰਦੇ ਹਾਂ। ਤੇ ਫਿਰ ਸ਼ੱਕਰ ਆ, ਜੇ ਅਸੀਂ ਚੀਨੀ ਦੀ ਜਗ੍ਹਾ ਤੇ ਉਹਨੂੰ ਵਰਤਦੇ ਹਾਂ, ਚੀਨੀ ਤਾਂ ਤੁਹਾਨੂੰ ਲਿਵਰ ਨੂੰ ਡੈਮੇਜ ਕਰਦੀ ਆ ਹੈ ਨਾ, ਲਿਵਰ ਦੀ ਜਿਹੜੀ ਮੈਟਾਬੋਲਿਜ਼ਮ ਆ ਉਹਨੂੰ ਸਲੋ ਕਰਦੀ ਆ। ਉਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਨੁਕਸਾਨ ਨੇ ਚੀਨੀ ਵਾਲੀ ਚਾਹ ਜਾਂ ਚੀਨੀ ਵਾਲੀਆਂ ਚੀਜ਼ਾਂ ਖਾਣ ਦੇ। ਤਾਂ ਇਸ ਕਰਕੇ ਸ਼ੱਕਰ ਤੇ ਗੁੜ ਇਹ ਵੀ ਸਾਡੇ ਘਰਾਂ 'ਚ ਹੀ ਹੁੰਦਾ। ਹੁਣ ਤੁਸੀਂ ਦੱਸੋ ਮੈਨੂੰ, ਅਸੀਂ ਕਾਰਪੋਰੇਟ ਸਿਸਟਮ ਦੇ ਵਿੱਚੋਂ ਕਿੰਨਾ ਔਖਾ ਬਾਹਰ ਨਿਕਲਣਾ, ਕੋਈ ਬਹੁਤਾ ਔਖਾ ਨਹੀਂ, ਸਮਝ ਦੀ ਲੋੜ ਹੈ ਕਿ ਅਸੀਂ ਹੁਣ ਮਾਲਸ ਦੇ ਵਿੱਚੋਂ ਸ਼ਾਪਿੰਗ ਨਹੀਂ ਕਰਨੀ। ਸਾਡਾ ਜਿਹੜਾ ਸੂਤੀ ਕੱਪੜਾ ਕਦੇ ਵੀ ਬਾਡੀ ਦੇ ਉੱਤੇ, ਇਹਦੇ ਵਿੱਚੋਂ ਆਕਸੀਜਨ ਆਰ ਪਾਰ ਹੁੰਦੀ ਆ ਹੈ ਨਾ। ਤੇ ਜਿੰਨੀਆਂ ਸਕਿਨ ਡਿਸਆਰਡਰਸ ਨੇ, ਇੱਥੇ ਆ ਕੇ ਤੁਸੀਂ ਦੇਖ ਲਓ, ਫੰਗਸ ਹੀ ਫੰਗਸ ਹੈ, ਦਿੱਲੀ ਦੇ ਪੱਲੇ ਫੰਗਸ ਹੈ। ਤੇ ਉਹ ਚੀਜ਼ਾਂ ਨਹੀਂ ਹੋਣਗੀਆਂ
ਜੇ ਅਸੀਂ ਸੂਤੀ ਕੱਪੜੇ ਪਾਈਏ ਰੇਸ਼ਮੀ ਕੱਪੜਿਆਂ ਦੀ ਜਗ੍ਹਾ ਤੇ ਬ੍ਰਾਂਡਡ ਕੱਪੜਿਆਂ ਦੇ ਵਿੱਚ ਕੁਝ ਨਹੀਂ ਰੱਖਿਆ, ਵਾਪਸੀ ਉੱਥੇ ਆਉਣ ਦੀ, ਵਾਪਸ ਉੱਥੇ ਆ ਕੇ ਸਾਡੀ ਜਿਹੜੀ ਹੈਗੇ ਆ ਉੱਥੇ ਹੀ ਬਚ ਸਕਾਂਗੇ। ਬਚਣ ਦੀ ਹੋਣ ਦੀ ਸਥਿਤੀ ਦੀ ਜੇ ਅਸੀਂ ਗੱਲ ਕਰੀਏ, ਘਰ ਵਾਪਸੀ ਸਾਨੂੰ ਕਰਨੀ ਪੈਣੀ ਹੈ 100%। ਤੇ ਇਹ ਜੁਮਲੇਬਾਜ਼ਾਂ ਤੋਂ ਅਸੀਂ ਨਿਕਲਣਾ ਬਾਹਰ। ਸੰਸਦ ਦੇ ਵਿੱਚ ਤੁਸੀਂ ਦੇਖਿਆ ਕਿ ਇਹਨਾਂ ਨੇ ਸਭ ਨੇ ਇਹਨਾਂ ਦੀ ਪ੍ਰੈਜੈਂਟੇਸ਼ਨ ਇਹੀ ਹੁੰਦੀ ਆ ਕਿ ਬਿੱਲ ਤੁਹਾਡੇ ਬੜੇ ਫਾਇਦੇ 'ਚ ਨੇ, ਅਸੀਂ ਜਦੋਂ ਨਹੀਂ ਲੈਣੇ ਸਾਨੂੰ ਬੇਸ਼ੱਕ ਦੇ ਕਰੋੜਾਂ ਫਾਇਦੇ ਹੋਣ, ਅਸੀਂ ਬਿਲਕੁਲ ਵਾਪਸ ਕਰਵਾਉਣੇ ਨੇ, ਚਾਹੇ ਸਾਨੂੰ ਜਿੰਨਾ ਮਰਜ਼ੀ ਸਮਾਂ ਲੱਗ ਜਾਵੇ ਇਸ ਗੱਲ ਵਿੱਚ। ਜਿੱਦਾਂ ਤੁਸੀਂ ਇੱਥੇ ਹੁਣ ਕੈਂਪ ਲਗਾਇਆ ਹੋਇਆ ਇਸ ਸਮੇਂ, ਤੇ ਤੁਹਾਡੇ ਕੋਲ ਪੇਸ਼ੈਂਟ ਵੀ ਆਉਂਦੇ ਹੋਣਗੇ, ਹਾਂਜੀ। ਕਿਸ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਲੈ ਕੇ ਤੁਹਾਡੇ ਕੋਲ ਜ਼ਿਆਦਾ ਪੇਸ਼ੈਂਟ ਆਏ? ਹਾਂਜੀ, ਸਾਡੇ ਕੋਲ ਜਿਹੜੇ ਪੇਸ਼ੈਂਟ ਸੀਗੇ ਉਹੀ ਵੀ ਹਾਈਪਰ ਐਸਿਡਿਟੀ ਆ, ਪੇਟ 'ਚ ਜਲਨ ਬਹੁਤ ਹੋ ਰਹੀ ਆ, ਹਾਈ ਬਲੱਡ ਪ੍ਰੈਸ਼ਰ ਆ, ਹਾਈ ਸ਼ੂਗਰ ਹੈ, ਪੇਟ ਡਿਸਟਰਬ ਬਹੁਤ ਸੀਗਾ, ਲੂਜ਼ ਮੋਸ਼ਨਸ ਵਗੈਰਾ ਸੀਗੇ। ਉਹਦੇ ਕਰਕੇ ਮੈਂ ਸਾਰਿਆਂ ਨੂੰ ਲੰਗਰਾਂ ਦੇ ਵਿੱਚ ਜਿੰਨੀ ਵੀ ਸੇਵਾ ਕਰ ਰਹੇ ਨੇ ਕਿ ਤੁਸੀਂ ਇੱਕ ਤਾਂ ਸ਼ੁੱਧ ਖਾਣਾ, ਜਿਵੇਂ ਸਿੰਪਲ ਖਾਣਾ ਬਣਾਓ, ਹੈ ਨਾ, ਸਰੋਂ ਦੇ ਤੇਲ ਦਾ ਹੀ ਤੜਕਾ ਲਾਓ। ਹੁਣ ਦੇਸੀ ਘਿਓ ਦੇ ਤੇਲ ਦਾ ਬਹੁਤਾ ਤੜਕੇ ਨਾ ਲਾਓ, ਦੇਸੀ ਘਿਓ ਦੀਆਂ ਚੀਜ਼ਾਂ ਬਹੁਤ ਜ਼ਿਆਦਾ ਨਾ ਬਣਾਓ, ਕਿਉਂਕਿ ਘੱਟ ਕੁਆਂਟੀਟੀ 'ਚ ਹੀ ਲੈਣਾ ਹੁੰਦਾ ਦੇਸੀ ਘਿਓ। ਜਿਵੇਂ ਹਾਈ ਬਲੱਡ ਪ੍ਰੈਸ਼ਰ ਵਾਲੇ ਪੇਸ਼ੈਂਟ ਨੂੰ ਆਪਾਂ ਇੰਨੀ ਚਿਕਨਾਈ ਵਾਲੀ ਚੀਜ਼ ਦੇਵਾਂਗੇ ਤਾਂ ਉਹਨਾਂ ਦੇ ਕੋਲੈਸਟਰੋਲ ਹਾਈ ਹੋਏਗਾ, ਟ੍ਰਾਈਗਲਿਸਰਾਈਡਸ ਹਾਈ ਹੋਣਗੇ, ਤਾਂ ਪਲੇਟਲੈਟ ਐਗਰੀਗੇਸ਼ਨ ਹੋ ਕੇ ਤਾਂ ਉਹਨਾਂ ਨੂੰ ਜਿਹੜਾ ਹਾਰਟ ਅਟੈਕ ਆ ਸਕਦਾ, ਹੈ ਨਾ। ਤੇ ਅਸੀਂ ਉਹਨਾਂ ਚੀਜ਼ਾਂ ਦੇ ਉੱਤੇ ਕੰਮ ਕਰਨਾ ਵੀ ਅਸੀਂ ਸਿੰਪਲ ਖਾਣਾ, ਜਿਵੇਂ ਦਾਲ ਸਬਜ਼ੀ, ਸ਼ਾਮ ਦਾ ਖਾਣਾ ਤਾਂ ਬਿਲਕੁਲ ਹੀ ਸਿੰਪਲ ਹੋਣਾ ਚਾਹੀਦਾ। ਖਾਸ ਕਰਕੇ ਜਦੋਂ ਸਾਡੀ ਇੱਥੇ ਐਕਟੀਵਿਟੀ ਘਟੀ ਹੋਈ ਆ ਰੋਜ਼ਾਨਾ ਦੇ ਜੀਵਨ ਨਾਲੋਂ, ਜਿੱਦਾਂ ਅਸੀਂ ਖੇਤਾਂ ਦੇ ਵਿੱਚ ਉੱਥੇ ਕਿਸਾਨ ਕੰਮ ਕਰਦਾ ਹੈ, ਰੋਟੀ ਖਾ ਕੇ ਉਹ ਡਾਈਜੈਸਟ ਹੁੰਦੀ ਆ, ਜਦੋਂ ਕਿ ਇੱਥੇ ਉਹ ਜਿਹੜਾ ਰੋਜ਼ ਅਸੀਂ ਉੱਥੇ ਖਾਣਾ ਵਰਤਦੇ ਆ, ਉਹਦੇ ਨਾਲੋਂ ਕੀ ਇੱਥੇ ਅਲੱਗ ਹੋਣਾ ਚਾਹੀਦਾ? ਸਾਦਾ ਖਾਣਾ ਹੋਣਾ ਚਾਹੀਦਾ, ਕਿਉਂਕਿ ਕੰਮ ਨਹੀਂ ਹੋ ਰਿਹਾ। ਤੁਸੀਂ ਬੈਠੇ ਹੋ ਧਰਨੇ ਤੇ, ਸਟੇਜ ਦੇ ਅੱਗੇ ਵੀ ਤੁਹਾਨੂੰ ਬੈਠਣਾ ਪੈਂਦਾ, ਇੱਥੇ ਵੀ ਤੁਸੀਂ ਆਮ ਤੌਰ ਤੇ ਬੈਠੇ ਹੋ, ਪਰ ਹੁਣ ਮੇਰੀ ਵਲੰਟੀਅਰਸ ਨੂੰ ਬੇਨਤੀ ਹੈ ਕਿ ਤੁਸੀਂ ਹੁਣ ਬੈਠੋ ਨਾ, ਜਿਸ ਤਰ੍ਹਾਂ ਵੀ ਤੁਹਾਨੂੰ ਆਲੇ ਦੁਆਲੇ ਆਪਣੇ ਜਿੰਨਾ ਵੀ ਏਰੀਆ ਉਹ ਡਿਵੀਜ਼ਨਸ ਕਰ ਲੈਣ, ਹੈ ਨਾ, ਜਿੰਨੀਆਂ ਜਥੇਬੰਦੀਆਂ ਵਾਲੇ ਡਿਊਟੀ ਦੇਣ ਆਪਣੇ ਵਲੰਟੀਅਰਸ ਨੂੰ, ਹਰ ਪਿੰਡ ਦੀ ਟਰਾਲੀ ਵਾਲੇ ਆਪਣੀ ਜ਼ਿੰਮੇਵਾਰੀ ਲੈਣ ਕਿ ਇਸ ਏਰੀਆ ਨੂੰ ਅਸੀਂ ਸਾਫ਼ ਕਰਾਂਗੇ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਮੱਛਰ ਮੱਖੀ ਪੈਦਾ ਹੋ ਕੇ ਡੇਂਗੂ ਤੇ ਬਾਕੀ ਪੇਟ ਦੀਆਂ ਗੈਸਟਰਾਈਟਸ, ਐਂਟੈਰਿਕ ਫੀਵਰ, ਇਸ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਨੇ ਵੀ ਉਹ ਹੋਣ ਨਾ। ਅਸੀਂ ਇਹਨਾਂ ਦਾ ਸਾਰਿਆਂ ਦਾ ਧਿਆਨ, ਕਿਉਂਕਿ ਉਨੀ ਜਿਵੇਂ ਇੱਥੇ ਲੋਕ ਜ਼ਿਆਦਾ ਸੰਖਿਆ 'ਚ ਬੈਠੇ ਆ ਤਾਂ ਉਹਨੂੰ ਕਵਰ ਅਪ ਕਰਨਾ ਮੁਸ਼ਕਿਲ ਹੋ ਜਾਊਗਾ ਜੇ ਇੱਕ ਵਾਰੀ ਇਹ ਡੇਂਗੂ ਵਗੈਰਾ ਦਾ ਮੱਛਰ ਪੈਦਾ ਹੋ ਗਿਆ। DDT ਸਪਰੇਅ ਨਾਲ ਮਲੇਰੀਆ ਵਾਲੇ ਮੱਛਰ ਮਰ ਜਾਣਗੇ, ਪਰ ਡੇਂਗੂ ਵਾਲੇ ਨਹੀਂ ਮਰਨੇ ਹੈਗੇ। ਤਾਂ ਇਸ ਕਰਕੇ ਸਾਨੂੰ ਇਸ ਚੀਜ਼ ਦੇ ਉੱਤੇ ਕੰਮ ਕਰਨ ਦੀ ਲੋੜ ਆ। ਜਿੰਨੇ ਵੀ ਪਿੰਡਾਂ ਦੇ ਵਿੱਚੋਂ ਸੇਵਾ ਭਾਵ ਰੱਖਣ ਵਾਲੇ ਵਿਅਕਤੀ ਨੇ, ਸਾਰੇ ਇੱਥੇ ਪਹੁੰਚੋ ਤੇ ਜਥੇਬੰਦੀਆਂ ਵਾਲੇ ਵਲੰਟੀਅਰਸ ਵੀ ਸਾਰੇ ਇਸ ਚੀਜ਼ ਤੇ ਕੰਮ ਕਰਨ। ਡੈਕ ਵਜਾ ਕੇ ਫਿਰਨ ਦਾ ਕੋਈ ਫਾਇਦਾ ਨਹੀਂ। ਬਹੁਤ ਸਿੰਸੀਅਰ ਅੰਦੋਲਨ ਹੈ ਇਹ। ਜਿਹੜੇ ਤੁਸੀਂ ਸਿਹਤ ਦਾ ਜਿਹੜਾ ਇੱਥੇ ਸੇਵਾਵਾਂ ਦੇ ਰਹੇ ਹੋ, ਹਾਂਜੀ ਕਿਸਾਨ ਬੈਠੇ ਨੇ ਆਪਣੇ ਮੰਗਾਂ ਲਈ ਬੈਠੇ ਨੇ, ਹਾਂਜੀ ਦੂਜੇ ਪਾਸੇ ਕੁਝ ਮਾਨਸਿਕ ਰੋਗੀ ਕਹਿ ਸਕਦੇ ਆ ਕਿ ਜਿਹੜੇ ਕਿਸਾਨਾਂ ਨੂੰ ਆਤੰਕਵਾਦੀ, ਖਾਲਿਸਤਾਨੀ, ਮਾਓਵਾਦੀ, ਵੱਖਵਾਦੀ ਕੁਝ ਇਦਾਂ ਦੀਆਂ ਸਟੇਟਮੈਂਟਾਂ ਦੇ ਰਹੇ ਨੇ, ਉਹਨਾਂ ਦੇ ਦਿਮਾਗ ਲਈ ਹਾਂਜੀ ਉਹਨਾਂ ਨੂੰ ਵੀ ਲੋੜ ਹੈ ਦਵਾਈ ਦੀ। ਬਿਲਕੁਲ ਕੀ ਕਹਿਣਾ ਚਾਹੋ? ਹਾਂਜੀ 100%, ਕਿਉਂਕਿ ਜੇ ਹੁਣ ਜਿਹਦੀ ਵਜ੍ਹਾ ਨਾਲ ਤੁਹਾਡੀ ਪਲੇਟ ਦੇ ਵਿੱਚ ਫੁਲਕਾ ਹੈ ਨਾ, ਜਿਹਦੀ ਵਜ੍ਹਾ ਨਾਲ ਨੋ ਫਾਰਮਰ ਨੋ ਫੂਡ, ਜਿਹੜਾ ਅੰਨਦਾਤਾ ਹੈ ਉਹਨੂੰ ਤੁਸੀਂ ਆਤੰਕਵਾਦੀ ਕਹੋਗੇ ਤਾਂ ਅਸੀਂ ਸਾਰੇ ਆਤੰਕਵਾਦੀ ਹਾਂ। 100% ਅਸੀਂ ਐਕਸੈਪਟ ਕਰਦੇ ਹਾਂ ਇਸ ਗੱਲ ਨੂੰ। ਫਿਰ ਤੁਸੀਂ ਕੀ ਹੋ? ਤੁਸੀਂ ਆਪਣੇ ਬਾਰੇ ਡਿਸਕ੍ਰਾਈਬ ਕਰੋ, ਹੈ ਨਾ। ਇਹ ਮਤਲਬ ਮੈਨੂੰ ਇਹ ਲੱਗਦਾ ਕਿ 90% ਲੋਕ ਬਾਈ ਹਾਰਟ ਇਸ ਅੰਦੋਲਨ ਨਾਲ ਜੁੜੇ ਹੋਏ ਨੇ ਤੇ 10% ਨੇ ਜਿਹੜੇ ਕਾਰਪੋਰੇਟ ਸਿਸਟਮ ਵਾਲੇ ਜਾਂ ਉਹਨਾਂ ਦੇ ਚਮਚੇ ਨੇ ਅੱਗੋਂ, ਜਾਂ BJP ਵਾਲੇ ਨੇ ਜਿਹੜੇ ਕਿਉਂਕਿ ਇਸ ਪਿੰਡ ਦੇ ਤੁਸੀਂ ਪੱਥਰਬਾਜ਼ੀ ਹੋਈ ਸੀ, ਤੁਸੀਂ ਦੇਖਿਆ ਸੀ, ਹੈ ਨਾ। ਤੇ ਪਿੰਡ ਦੇ ਲੋਕਾਂ ਨੇ ਕੀ ਕਿਹਾ ਸੀ ਕਿ ਸਾਡੇ ਚੋਂ ਇੱਕ ਬੰਦਾ ਪੱਥਰਬਾਜ਼ੀ ਕਰਨ ਵਾਲਾ ਨਹੀਂ ਸੀ, ਇਹ BJP ਦੇ ਦਿਹਾੜੀ ਤੇ ਲਿਆਂਦੇ ਹੋਏ ਬੰਦੇ ਸੀਗੇ। ਤਾਂ ਅਸੀਂ ਉਹਨਾਂ ਨੂੰ ਵੀ ਜਦੋਂ ਸੁਣਿਆ ਤਾਂ ਸਾਨੂੰ ਬੜਾ ਸਕੂਨ ਮਹਿਸੂਸ ਹੋਇਆ। ਅੱਜ ਇੱਥੇ ਜਦੋਂ ਅਸੀਂ ਕੈਂਪ ਲਾਉਂਦੇ ਹਾਂ, ਸਾਡੇ ਕੋਲ 60% ਇਹ ਲੋਕ ਆਉਂਦੇ ਨੇ, ਤਾਂ ਅਸੀਂ ਇਹਨਾਂ ਨੂੰ ਫ੍ਰੀ ਸੇਵਾ ਇਹਨਾਂ ਦੀ ਵੀ ਕਰ ਰਹੇ ਹਾਂ, ਹੈ ਨਾ। ਇਹ ਲੋਕ ਵੀ ਅੰਦੋਲਨ ਦੀ ਜਿੱਤ ਲਈ ਅਰਦਾਸਾਂ ਕਰਦੇ ਨੇ। ਤੁਸੀਂ ਭਾਵੇਂ ਕੈਂਪ ਲਗਾਇਆ ਹੋਇਆ ਸਿਹਤ ਸੇਵਾਵਾਂ ਇੱਥੇ ਦੇ ਰਹੇ ਹੋ, ਤੁਹਾਡੇ ਕੋਲੇ ਬਹੁਤ ਸਾਰੇ ਲੋਕ ਆਉਂਦੇ, ਤੁਸੀਂ ਉਹਨਾਂ ਨਾਲ ਗੱਲਾਂ ਬਾਤਾਂ ਵੀ ਕਰਦੇ ਹੋਵੋਗੇ, ਤੁਹਾਨੂੰ ਪਤਾ ਲੱਗਦਾ ਹੋਗਾ ਕੀ ਲੱਗ ਰਿਹਾ ਇਸ ਸਮੇਂ ਅੰਦੋਲਨ, ਕਿਸ ਤਰ੍ਹਾਂ ਦਾ ਉਤਸ਼ਾਹ ਹੈ ਅੰਦੋਲਨ ਦੇ ਵਿੱਚ? ਹਾਂਜੀ, ਅੰਦੋਲਨ ਚੜ੍ਹਦੀ ਕਲਾ 'ਚ ਹੈ ਨਾ। ਜਿੱਤ ਮੈਨੂੰ ਬਿਲਕੁਲ ਆਗਾਜ਼ ਜਿੱਤ ਦਾ ਨਜ਼ਰ ਆ ਰਿਹਾ। ਜਿਹੜਾ ਪਹਿਲਾਂ ਜੋਸ਼ ਸੀਗਾ ਉਹਦੇ ਨਾਲ ਵੀ ਦੁੱਗਣਾ ਜੋਸ਼ ਹੈ, ਕਿਉਂਕਿ ਹੁਣ ਅਸੀਂ ਪਹਿਲਾਂ ਇੱਕ ਮੇਲੇ ਦੇ ਤੌਰ ਤੇ ਸ਼ੁਰੂਆਤੀ ਇਹ ਸੀਗਾ ਕਿ ਇਵੇਂ ਦਾ ਇਕੱਠ ਹੋ ਰਿਹਾ ਸੀ ਕਿ ਲੋਕ ਦੌੜ ਕੇ ਇੱਕ ਮੇਲਾ ਦੇਖਣ ਦੀ ਤਰ੍ਹਾਂ ਆ ਰਹੇ ਸੀ, ਪਰ ਹੁਣ ਸਮਰਪਿਤ ਹੋ ਕੇ ਆ ਰਹੇ ਨੇ। ਹੁਣ ਸਮਝ ਆਇਆ ਕਿ ਸਾਡੀ ਜ਼ਿੰਦਗੀ ਦਾ ਜੇ ਅਸੀਂ ਇਹ ਅੰਦੋਲਨ ਨਾ ਜਿੱਤਿਆ ਤਾਂ ਮੁੜ ਕੇ ਕਦੇ ਕੋਈ ਅੰਦੋਲਨ ਹੋਣਾ ਹੀ ਨਹੀਂ। ਇਹ ਸਾਡੀ ਹੋਂਦ ਤੋਂ ਲੈ ਕੇ ਸਾਡੀ ਆਰਥਿਕਤਾ ਤੋਂ ਲੈ ਕੇ ਹਰ ਗੱਲ ਦੀ ਲੜਾਈ ਹੈ। ਇਸ ਅੰਦੋਲਨ ਤੋਂ ਬੜੀਆਂ ਪੋਜ਼ਿਟਿਵ ਚੀਜ਼ਾਂ ਸਾਹਮਣੇ ਆਈਆਂ ਨੇ। ਸਾਰਾ
ਭਾਰਤ ਅਖੰਡ ਭਾਰਤ ਇਕੱਠਾ ਹੋ ਗਿਆ, ਕੱਲਾ ਬੀਜੇਪੀ ਤੇ ਸਾਡਾ ਪ੍ਰਧਾਨ ਮੰਤਰੀ ਇੱਕ ਸਾਈਡ ਆ। ਉਹ ਤਾਂ ਕਹਿੰਦੇ ਨੇ ਕਿ ਇਹ ਕੁਝ ਇੱਕੇ ਸੂਬੇ ਜਿਹੜੇ ਲੋਕ ਬੈਠੇ ਆ, ਅੱਜ ਤੱਕ ਵੀ ਅਸੀਂ ਦੇਖ ਰਹੇ ਹਾਂ ਕਿ ਇਸ ਤਰ੍ਹਾਂ ਦੀ ਸਟੇਟਮੈਂਟ ਸਾਰੀ ਸਰਕਾਰ ਚਾਹੁੰਦੀ ਹੈ ਕਿ ਲੰਮੇ ਸਮੇਂ ਤੱਕ ਬੈਠੇ ਰਹਿਣ ਇਹ ਲੋਕ, ਇੱਕ ਹੀ ਸੂਬਾ ਆ, ਬਾਕੀ ਸਾਰੇ ਕਿਸਾਨ ਜਿਹੜੇ ਹੈਗੇ ਆ ਉਹ ਨਾਲ ਨੇ। ਹਾਂਜੀ, ਮੈਂ ਸੁਣਿਆ ਸੀਗਾ ਨਰਿੰਦਰ ਤੋਮਰ ਨੇ ਬਿਆਨ ਕੀਤਾ ਸੀ ਸੰਸਦ ਦੇ ਵਿੱਚ ਕਿ ਇਕੱਲਾ ਪੰਜਾਬ ਇਹਨੂੰ ਅਗਵਾਈ ਕਰ ਰਿਹਾ, ਬਾਕੀ ਸਾਰੇ ਐਵੇਂ ਆਏ ਹੋਏ ਨੇ, ਸਿਰਫ ਇੱਕ ਸੂਬਾ ਹੀ ਇਹਨੂੰ ਲੈ ਕੇ ਚੱਲ ਰਿਹਾ ਅੰਦੋਲਨ ਨੂੰ। ਪਰ ਤੁਸੀਂ ਇੱਥੇ ਮੈਂ ਜਦੋਂ ਚੈੱਕਅਪ ਕਰ ਰਹੀ ਸੀ ਪੇਸ਼ੈਂਟਸ ਦਾ, ਅਸੀਂ ਅੱਜ ਘੁੰਮੇ ਨਹੀਂ ਬਾਹਰ, ਯੂਪੀ ਦੇ ਪੇਸ਼ੈਂਟ ਸੀ ਮੇਰੇ ਕੋਲ ਤੇ ਜਿਹੜਾ ਰਾਜਸਥਾਨ ਤੋਂ ਪੇਸ਼ੈਂਟ ਸੀਗੇ ਤੇ ਇਸ ਤੋਂ ਇਲਾਵਾ ਹਰਿਆਣੇ ਦੇ ਸਾਰੇ ਪੇਸ਼ੈਂਟ ਮੇਰੇ ਕੋਲ ਆਏ। ਤਾਂ ਤੁਸੀਂ ਮੈਨੂੰ ਇਹ ਦੱਸੋ ਵੀ ਅਸੀਂ ਪੰਜਾਬ ਨੇ ਸਾਡਾ ਵੀ ਅਸੀਂ ਇਹਨੂੰ ਲੈ ਕੇ ਚੱਲ ਰਹੇ ਹਾਂ ਅੰਦੋਲਨ ਨੂੰ, ਇਸ ਗੱਲ ਲਈ ਸਿਹਰਾ ਸਾਡੇ ਸਿਰ ਆਉਂਦਾ, ਇਸ ਗੱਲ ਦੀ ਸਾਨੂੰ ਫਖਰ ਹੈ, ਇਸ ਗੱਲ ਤੇ ਅਸੀਂ ਖੁਸ਼ ਹਾਂ ਕਿ ਅਸੀਂ ਸਾਰੇ ਦੇਸ਼ ਨੂੰ ਨਾਲ ਲੈ ਕੇ ਚੱਲੇ ਹਾਂ। ਪਰ ਤੁਸੀਂ ਕੋਈ ਨਾ ਸਾਰੇ ਦੇਸ਼ ਦੇ ਬਿਆਨ ਲੈ, ਸਾਰੇ ਬਾਕੀ ਤੁਸੀਂ ਸੂਬਿਆਂ ਦੇ ਜਿੰਨੇ ਵੀ ਲੋਕ ਬੈਠੇ ਨੇ ਉਹਨਾਂ ਨੂੰ ਪੁੱਛ ਕੇ ਦੇਖ ਲਓ ਕਿ ਉਹਨਾਂ ਦੀ, ਉਹ ਤਾਂ ਸਾਡੇ ਤੋਂ ਵੀ ਜ਼ਿਆਦਾ, ਉਹ ਤਾਂ ਕਹਿੰਦੇ ਤੁਸੀਂ ਡਟੇ ਰਹੋ, ਅਸੀਂ ਤੁਹਾਨੂੰ ਪਿੱਛਾ ਨਹੀਂ, ਅਸੀਂ ਤੁਹਾਡੇ ਨਾਲ ਖੜਾਂਗੇ, ਹਰ ਗੱਲ 'ਚ ਤੁਹਾਡੇ ਨਾਲ ਖੜਾਂਗੇ 200% ਤੁਹਾਡਾ। ਤੁਸੀਂ ਦੇਖੋ ਲੰਗਰ ਵਾਲੀਆਂ ਟਰਾਲੀਆਂ, ਸਾਨੂੰ ਤਾਂ ਰਾਸ਼ਨ ਵੀ ਨਹੀਂ ਵਰਤਣ ਦਿੱਤਾ ਹਰਿਆਣੇ ਵਾਲਿਆਂ ਨੇ, ਹੈ ਨਾ, ਕਿੰਨਾ ਦੁੱਧ ਦੀਆਂ ਸੇਵਾਵਾਂ, ਕਿੰਨੀਆਂ ਚੀਜ਼ਾਂ ਉੱਥੇ, ਲੰਗਰ ਭਗਤ ਸਿੰਘ ਹੋਰਾਂ ਦਾ ਜਲੇਬੀ ਦਾ ਲੰਗਰ ਸਾਨੂੰ ਫੋਨ ਕਰਕੇ ਤੁਸੀਂ ਖਾ ਕੇ ਜਾਣਾ ਜ਼ਰੂਰ, ਹੈ ਨਾ, ਕਿੰਨੀ ਉਹ ਸਾਨੂੰ ਰਿਸਪੈਕਟ ਦੇ ਰਹੇ ਨੇ। ਕੀ ਫਿਰ ਅਸੀਂ ਉਹ ਸਿਰਫ ਸਾਡੀ ਗੱਲ ਪਿੱਛੇ ਆ ਗਏ ਕਿ ਉਹਨਾਂ ਦੀ ਕੋਈ ਤਕਲੀਫ ਨਹੀਂ ਹੈਗੀ? ਸਾਡੇ ਨਾਲੋਂ ਕਿਤੇ ਦੁਖੀ ਨੇ ਉਹ ਗਾਜ਼ੀਪੁਰ ਵਾਲਿਆਂ ਦਾ। ਤੁਸੀਂ ਸੁਣਿਆ ਹੋਣਾ ਕਿ ਸਾਡੇ ਟਰੈਕਟਰ ਤਾਂ ਬੜੇ ਸੋਹਣੇ ਨੇ, ਉਹਨਾਂ ਦੇ ਟਰੈਕਟਰ ਤਾਂ ਟੁੱਟੇ ਫੁੱਟੇ ਨੇ, ਕਿਉਂਕਿ ਕਹਿੰਦੇ ਕੁਛ ਤੁਹਾਨੂੰ MSP ਮਿਲ ਰਹੀ ਸੀ, ਇਸ ਕਰਕੇ ਪੰਜਾਬ ਜਿਹੜਾ ਸਟਰੋਂਗ ਹੈ। ਤੇ ਅਸੀਂ ਕਹਿੰਦੇ ਹੁਣ ਤੁਹਾਡੀ ਬਾਂਹ ਨਹੀਂ ਛੱਡਾਂਗੇ, ਅਸੀਂ ਇਸ ਅੰਦੋਲਨ ਨੂੰ ਜਿੱਤ ਕੇ ਵਾਪਸ ਜਾਵਾਂਗੇ ਘਰ। ਤੁਸੀਂ ਡਾਕਟਰੀ ਕਿੱਤੇ ਨਾਲ ਜੁੜੇ ਹੋਏ ਹੋ, ਹਾਂਜੀ। ਕੀ ਲੱਗਦਾ ਇਹ ਜ਼ਮੀਨਾਂ ਵਾਲਿਆਂ ਦੀ ਹੀ ਲੜਾਈ ਹੈ ਜਾਂ ਜ਼ਮੀਰਾਂ ਵਾਲਿਆਂ ਦੀ? ਨਹੀਂ ਸਰ, ਇਹ ਜ਼ਮੀਨਾਂ ਵਾਲਿਆਂ ਦੀ ਲੜਾਈ ਨਹੀਂ, ਇਹ ਜ਼ਮੀਰਾਂ ਵਾਲਿਆਂ ਦੀ ਹੀ ਲੜਾਈ ਹੈ। ਬਲਕਿ ਮੈਂ ਜਿੰਨੇ ਵੀ ਮਜ਼ਦੂਰ ਵਰਗ ਸੀਗਾ, ਹੈ ਨਾ, ਜਾਂ ਸਾਡੇ ਆਲੇ ਦੁਆਲੇ ਹੋਰ ਜਿਹੜੇ ਵੀ ਕਿਸਾਨ ਮਜ਼ਦੂਰ, ਕਿਰਤੀ ਤੇ ਕਿਸਾਨੀ, ਹੈ ਨਾ, ਕਿਸਾਨ ਤੇ ਕਿਰਤੀ ਨੂੰ ਅਲੱਗ ਨਹੀਂ ਦੇਖਿਆ ਜਾ ਸਕਦਾ। ਕਿਰਤੀ ਤੇ ਕਿਸਾਨ ਜਿਹੜੇ ਨੇ ਜੁੜੇ ਹੋਏ ਨੇ, ਪਹਿਲਾਂ ਨੂੰ ਅਸੀਂ ਸਾਂਝੀ ਕਹਿੰਦੇ, ਸਾਡਾ ਸਾਂਝੀ, ਸਾਡੇ ਦੁੱਖ ਸੁੱਖ ਵੀ ਸਾਂਝੇ ਨੇ, ਸਾਡੀ ਆਰਥਿਕਤਾ ਵੀ ਸਾਂਝੀ ਆ। ਜੇ ਕੱਲ੍ਹ ਨੂੰ ਅਸੀਂ ਜੱਟ ਲਾ ਲਓ, ਅਸੀਂ ਜ਼ਮੀਨ ਵਾਲੇ ਹਾਂ, ਅਸੀਂ ਜੱਟ ਆ, ਹੈ ਨਾ, ਕੱਲ੍ਹ ਨੂੰ ਲਾ ਲਓ ਕਿ ਅਸੀਂ, ਸਾਨੂੰ ਇੱਕ ਕਾਨੂੰਨ ਪਾਸ ਹੋ ਜਾਂਦੇ ਨੇ, ਅਸੀਂ ਘਰ ਬੈਠ ਜਾਂਦੇ ਹਾਂ। ਪਰ ਤੁਸੀਂ ਦੱਸੋ ਵੀ ਅਸੀਂ ਤਾਂ ਫਿਰ ਵੀ ਖੇਤ 'ਚ ਉਗਾ ਕੇ ਖਾ ਲਾਂਗੇ, ਸਟੋਰੇਜ ਹੋ ਜੂਗੀ ਸਾਡੇ ਕੋਲ ਉਨੀ ਕੁ, ਹੈ ਨਾ, ਸਾਡਾ ਦਾਲ ਫੁਲਕਾ ਚੱਲੀ ਜਾਊਗਾ। ਪਰ ਇਹ ਮਜ਼ਦੂਰਾਂ ਦਾ ਕੀ ਬਣੂਗਾ ਜਿਹੜੇ ਸਾਡੇ ਕੋਲ ਦਿਹਾੜੀ ਕਰਕੇ ਜਾਂ ਸਾਡੇ ਕੰਮ ਸਾਡੇ ਨਾਲ ਕਰਕੇ ਅਸੀਂ ਇਹਨਾਂ ਨੂੰ ਦਿੰਦੇ ਹਾਂ, ਤਾਂ ਵੀ ਅਨਾਜ ਵੀ ਦਿੰਦੇ ਹਾਂ ਤੇ ਪੈਸੇ ਵੀ ਦਿੰਦੇ ਹਾਂ। ਕੱਲ੍ਹ ਨੂੰ ਫਿਰ ਇਹ ਜਿਹੜਾ ਬੰਦੂਆ ਕਾਨੂੰਨ ਅੱਗੇ ਇਸ ਦੇ ਪਿੱਛੇ 23 ਪਤਾ ਨਹੀਂ 19 ਕਾਨੂੰਨ ਹੋਰ ਪਾਸ ਕਰ ਰਹੀ ਹੈ ਗਵਰਨਮੈਂਟ, ਤਾਂ ਉਹਨਾਂ ਦਾ ਕੀ ਬਣਨਾ? 300 ਦਿਹਾੜੀ ਦੇ ਉੱਤੇ 250 ਰੁਪਏ ਕਿਲੋ ਦਾ ਆਟਾ ਲੈ ਕੇ ਕੀ ਖਾਊਗਾ? ਪਰ ਕੁਝ ਲੋਕ ਤਾਂ ਕਹਿੰਦੇ ਆ ਕਿ ਕਿਸਾਨ ਸਾਡੇ ਕੋਲੋਂ, ਜੇ ਸਾਨੂੰ ਅਨਾਜ ਦਿੰਦੇ ਆ, ਇਹ ਅੰਨਦਾਤੇ ਨਹੀਂ ਆ, ਇਹ ਪੈਸੇ ਲੈਂਦੇ ਸਾਡੇ ਕੋਲੋਂ, ਉਹਨਾਂ ਨੂੰ ਕੀ ਕਹਿਣਾ ਚਾਹੋ? ਹਾਂਜੀ, ਬਿਲਕੁਲ ਨਹੀਂ ਇਹ ਗੱਲ ਹੈਗੀ। ਤੁਸੀਂ ਇਹਨਾਂ ਨੂੰ, ਜਿਹੜੇ ਸਾਡੇ ਨਾਲ ਮਜ਼ਦੂਰ, ਸਾਡੇ ਪਿੰਡ ਤੋਂ ਵੀ ਕਾਫੀ ਕੱਲ੍ਹ ਦੇ ਆਏ ਹੋਏ ਨੇ, ਇੱਥੋਂ ਮਤਲਬ 30 ਪਰਸਨ ਆਏ ਹੋਏ ਨੇ, ਹੈ ਨਾ, ਜਦੋਂ ਅਸੀਂ ਪਿੰਡਾਂ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਤੁਹਾਡੇ ਤੋਂ ਪਹਿਲਾਂ ਅਸੀਂ ਮਰ ਜਾਣਾ। ਕਿਉਂਕਿ ਹੁਣ ਤੁਸੀਂ ਦੇਖੋ ਵੀ ਜਦੋਂ ਵੀ ਸਾਡੇ ਸਾਂਝੀ ਨੂੰ, ਤੁਸੀਂ, ਮੈਂ ਹੁਣ ਸਾਂਝੀ ਕਹੂੰਗੀ, ਅਸੀਂ ਨੌਕਰ ਨਹੀਂ ਕਹਾਂਗੇ, ਹੈ ਨਾ, ਕਿਉਂਕਿ ਸਾਡੀਆਂ ਦੁੱਖ ਸੁੱਖ ਸਾਂਝੇ ਨੇ। ਜਦੋਂ ਉਹਨਾਂ ਨੂੰ ਲੋੜ ਪੈਂਦੀ ਹੈ ਕਿਸੇ ਪੈਸੇ ਦੀ ਤਾਂ ਅਸੀਂ ਬੇਝਿਜਕ ਉਹ ਲਿਜਾ ਦਿੰਦੇ ਨੇ। ਵਿਆਹ ਹੁੰਦਾ ਤਾਂ ਅਸੀਂ ਉਹਨਾਂ ਦੇ ਕਾਰਜਾਂ ਦੇ ਵਿੱਚ ਨਾਲ ਖੜਦੇ ਹਾਂ, ਹੈ ਨਾ, ਤੇ ਉਹਨਾਂ ਦੇ ਬੱਚਿਆਂ ਨੂੰ ਵੀ ਜਿਸ ਤਰ੍ਹਾਂ ਕੱਪੜੇ ਆ ਸਭ ਕੁਝ ਅਸੀਂ ਦੇਣਾ, ਤੇ ਦਾਜ ਦਾ ਸਮਾਨ ਵੀ ਅਸੀਂ ਦੇਣਾ। ਇੰਨੀ ਜ਼ਿਆਦਾ ਸਾਡੇ ਵਿੱਚ ਨੇੜਤਾ ਹੈ। ਇਹ ਤਾਂ ਇਹਨਾਂ ਨੇ ਫਾਸਲੇ, ਜਿਵੇਂ ਕਾਰਪੋਰੇਟ ਸਿਸਟਮ ਆ ਨਾ, ਇਹਦੇ ਵਿੱਚ ਇਹ ਹੋ ਜਾਂਦਾ ਕਿ ਤੁਹਾਡੇ ਜਿਹੜੇ ਰੰਗ ਹੋਰ ਚੜ੍ਹ ਜਾਂਦਾ, ਜਿਹੜਾ ਪੈਸੇ ਦਾ ਰੰਗ ਹੈ ਇਹਨਾਂ ਨੂੰ ਚੜਿਆ ਹੋਇਆ, ਹੈ ਨਾ, ਇਹਨਾਂ ਨੂੰ ਇਸ ਕਰਕੇ ਸਾਡੀ ਵੀ ਦੁੱਖ ਨਹੀਂ ਨਜ਼ਰ ਆਉਂਦੇ। ਇਹਨਾਂ ਦੇ ਤਾਂ ਆਉਣੇ ਕੀ ਆ, ਇਹ ਸਾਡੇ ਤੋਂ ਪਹਿਲਾਂ ਮਰ ਜਾਣਗੇ। ਜਿਹੜੇ ਮਤਲਬ ਜਿਹੜੇ ਹੁਣ ਇਸ ਨੂੰ ਇਹ ਪ੍ਰੈਜ਼ੈਂਟ ਕਰ ਰਹੇ ਨੇ ਕਿ ਕਿਸਾਨ ਸਾਡੇ ਖੇਤਾਂ 'ਚੋਂ ਕਰਕੇ ਪੈਸੇ ਲੈ ਕੇ ਜਾ ਰਹੇ ਨੇ, ਪਰ ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖ ਲਿਓ ਕਿੰਨੇ ਖੁਸ਼ ਨੇ, ਹੈ ਨਾ। ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਸਾਡੇ ਆਪਣੇ ਖੇਤ ਨੇ। ਹੁਣ ਸਾਡੇ ਖੇਤ ਅਸੀਂ ਘਲਾੜੀ ਲਾਈ ਆ, ਇਸ ਚੀਜ਼ ਨੂੰ ਲੈ ਕੇ ਅਸੀਂ ਨਵਾਂ ਵੀ ਘਰ ਵਾਪਸੀ ਦੀ ਗੱਲ ਆ, ਤਾਂ ਸਾਡਾ ਜਿਹੜਾ ਨੌਕਰ ਨਹੀਂ, ਸਾਡਾ ਸਾਂਝੀ ਆ, ਉੱਥੇ ਖੜਾ ਹੁੰਦਾ ਨਾ, ਜਿੰਨਾ ਉਹਦਾ ਜੀ ਕਰਦਾ ਗੁੜ ਸ਼ਾਮ ਤੱਕ ਉਹਨੇ ਆਪਣੇ ਘਰ ਵੀ ਲੈ ਜਾਣਾ, ਉਹਨੇ ਖਾ ਵੀ ਲੈਣਾ। ਅਸੀਂ ਉਹਨੂੰ ਕਿਸੇ ਗੱਲ ਤੋਂ, ਉਹਨੂੰ ਸਵੇਰ ਦਾ ਖਾਣਾ ਵੀ ਦੇਣਾ, ਦੁਪਹਿਰ ਦਾ ਵੀ ਦੇਣਾ, ਰਾਤ ਦਾ ਵੀ ਦੇਣਾ, ਬਲਕਿ ਉਹਨੂੰ ਦੁੱਧ ਘਿਓ ਵੀ ਜ਼ਿਆਦਾ ਦੇਣਾ ਕਿ ਉਹਦੀ ਸਿਹਤ ਤੰਦਰੁਸਤ ਰਹੇ। ਅਸੀਂ ਉਹਦੀ ਹਰ ਗੱਲ ਦਾ ਧਿਆਨ ਰੱਖਦੇ ਹਾਂ। ਕਾਰਪੋਰੇਟ ਸਿਸਟਮ ਕੋਲੇ ਕੀ ਗਰੰਟੀ ਆ, ਕੀ ਦਊਗੇ ਉਹ ਤਾਂ ਸਿਰਫ 300 ਰੁਪਇਆ ਜਾਂ 400 ਰੁਪਇਆ ਇੱਕ ਮੁਕਰਰ ਕਰ ਦੇਣਗੇ ਵੀ ਆਹ ਤੁਹਾਡੀ ਦਿਹਾੜੀ ਆ। ਜੇ ਇੱਕ ਵੀ ਛੁੱਟੀ ਦੀ ਪਰਮਿਸ਼ਨ ਨਹੀਂ ਹੈਗੀ, ਇੱਕ ਵੀ ਛੁੱਟੀ ਨਹੀਂ ਉਹ ਲੈ ਸਕਦੇ। ਫਿਰ ਉਹਨੂੰ ਜੇ ਤੁਸੀਂ 1000 ਦਿਨ ਰੈਗੂਲਰ ਕੰਮ ਕਰਦੇ ਹੋ ਤਾਂ ਤੁਹਾਡੀ ਤਨਖਾਹ ਨਹੀਂ ਕੱਟੀ ਜਾਣੀ, ਨਹੀਂ ਕੱਟੀ ਜਾਣੀ ਆ। ਇਸ ਤਰ੍ਹਾਂ ਦੇ ਕਾਨੂੰਨ ਅੱਗੇ ਲੈ ਕੇ ਆ ਰਹੇ ਨੇ ਜਿਹੜੇ ਬਹੁਤ ਹੀ ਜ਼ਿਆਦਾ
ਮਤਲਬ ਦੁਖਦਾਇਕ ਨੇ। ਮੈਂ ਤਾਂ ਸੋਚਦੀ ਹਾਂ ਵੀ ਸਾਡੇ ਨਾਲ ਪਹਿਲਾਂ ਉਹਨਾਂ ਨੂੰ, ਬਲਕਿ ਉਹ ਖੜੇ ਨੇ ਹੁਣ, ਉਹ ਚੇਤਨ ਨੇ ਕਿ ਸਾਡੇ ਨਾਲ ਬੜੀ ਜ਼ਬਰਦਸਤੀ ਹੋਣ ਵਾਲੀ ਆ ਆਉਣ ਵਾਲੇ ਟਾਈਮ 'ਚ, ਤਾਂ ਉਹ ਜ਼ਿਆਦਾ ਅੱਗੇ ਹੋ ਕੇ ਆ ਰਹੇ ਨੇ ਸਾਡੇ ਨਾਲੋਂ। ਕਿਸ ਤਰ੍ਹਾਂ ਦੇਖਦੇ ਹੋ ਕਿ ਹੁਣ ਜਿਸ ਤਰ੍ਹਾਂ ਅੰਦੋਲਨ ਲੱਗ ਰਿਹਾ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਲੰਮਾ ਚੱਲੇ, ਬੈਠੇ ਰਹਿਣ, ਆਉਣ ਵਾਲੇ ਸਮੇਂ 'ਚ ਮੌਸਮ ਵੀ ਜਿਹੜਾ ਹੈ ਬਦਲ ਰਿਹਾ ਹੈ ਹਾਂਜੀ, ਤੇ ਖਾਣ ਪੀਣ ਦਾ ਵੀ, ਉਸ ਬਾਰੇ ਤੁਸੀਂ ਕੁਝ ਗੱਲਾਂ ਜੋ ਨਹੀਂ ਅਜੇ ਤੱਕ ਕਰ ਸਕੇ, ਕੀ ਕਹਿਣਾ ਚਾਹੋਗੇ? ਕਿਸ ਤਰ੍ਹਾਂ ਦਾ ਆਉਣ ਵਾਲੇ ਸਮੇਂ 'ਚ ਖਾਣ ਪੀਣ ਹੋਣਾ ਚਾਹੀਦਾ, ਕਿਸ ਤਰ੍ਹਾਂ ਦੇ ਪ੍ਰਬੰਧ ਹੋਣੇ ਚਾਹੀਦੇ ਨੇ, ਮੌਸਮ ਨੂੰ ਲੈ ਕੇ ਕਿਸ ਤਰ੍ਹਾਂ, ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋ ਕਿ ਕਿਸ ਤਰ੍ਹਾਂ ਦੀ ਤਿਆਰੀਆਂ ਹੋਣੀ ਚਾਹੀਦੀਆਂ ਨੇ? ਹਾਂਜੀ, ਸਿਹਤ ਤੋਂ ਰੱਖ ਕੇ ਹੀ ਆ ਕਿ ਹੁਣ ਜਿਵੇਂ ਮੌਸਮ ਦਾ ਬਿਲਕੁਲ ਜ਼ਮੀਨ ਅਸਮਾਨ ਦਾ ਫਰਕ ਆ। ਸਰਦੀਆਂ ਦਾ ਮੌਸਮ ਤੇ ਗਰਮੀ ਦਾ ਮੌਸਮ ਆਪਸ ਵਿੱਚ ਮੈਚ ਨਹੀਂ ਕਰਦੇ ਹੈ ਨਾ। ਹੁਣ ਆਪਾਂ ਨੇ ਪਲਾਸਟਿਕ ਦੇ ਜਿਹੜੇ ਉੱਪਰਲੇ ਇਹ ਛੱਪਰ ਬਣਾਏ ਹੋਏ ਨੇ, ਟੈਂਟ ਹੈ ਨਾ, ਇਹ ਸਾਨੂੰ ਚੇਂਜ ਕਰਨੇ ਪੈਣੇ ਆ। ਹੁਣ ਸਾਨੂੰ ਇੰਟਰਨਲ ਉਹਦੀ ਲੇਅਰ ਜਿਹੜੀ ਮੈਨੂੰ ਲੱਗਦਾ ਉਹ ਲਾਉਣੀ ਚਾਹੀਦੀ ਕਿ ਬਾਰਿਸ਼ ਆਵੇ ਤਾਂ ਅੰਦਰ ਪਾਣੀ ਨਾ ਜਾਵੇ, ਪਰ ਜਿਹੜੀ ਬਾਹਰ ਆ ਵੀ ਜਿਹੜੀ ਹੀਟ ਨੂੰ ਉਹ ਪ੍ਰੋਟੈਕਟ ਕਰ ਸਕਣ, ਤਾਂ ਉਹਦੇ ਲਈ ਜਿਹੜਾ ਬਾਂਸ ਦੇ ਜਿਹੜਾ ਹੁੰਦਾ ਛੱਪਰ ਟਾਈਪ ਹੈ ਨਾ, ਉਸ ਤਰ੍ਹਾਂ ਦਾ ਅਸੀਂ ਇਹਨੂੰ ਸਾਨੂੰ ਚੇਂਜ ਕਰ ਲੈਣਾ ਚਾਹੀਦਾ ਉਸ ਤਰ੍ਹਾਂ। ਤੇ ਠੰਡੀਆਂ ਚੀਜ਼ਾਂ, ਜਿਵੇਂ ਹੁਣ ਮੈਨੂੰ ਇਹ ਲੱਗਦਾ ਕਿ ਮੈਂ ਠੰਡਿਆਈ ਦਾ ਫਾਰਮੂਲੇਸ਼ਨ ਦੇਣਾ ਚਾਹੂੰਗੀ ਆਉਣ ਵਾਲੇ ਟਾਈਮ ਦੇ ਵਿੱਚ ਲੰਗਰਾਂ ਵਾਲਿਆਂ ਨੂੰ, ਕਿ ਠੰਡਿਆਈ ਦਿਓ ਜਿਹਦੇ ਵਿੱਚ ਅਸੀਂ ਗੁਲਾਬ ਦੇ ਪੱਤੇ, ਮਗਜ਼ ਹੈ ਨਾ, ਤੇ ਇੱਕ ਉਹ ਹੁੰਦੀ ਆ ਆਪਣੀ ਕੀ ਬੋਲਦੇ ਆ ਉਹਨੂੰ, ਮੇਰੇ ਮਾਈਂਡ 'ਚ ਸਕਿਪ ਕਰ ਗਿਆ, ਸੌਂਫ ਵੀ ਪਾ ਸਕਦੇ ਹਾਂ ਵਿੱਚ। ਤੇ ਇਸ ਤਰ੍ਹਾਂ ਦੇ ਇਨਗਰੀਡੀਐਂਟ ਪਾ ਕੇ ਜਿਹੜੀ ਠੰਡਿਆਈ ਅਸੀਂ ਮਤਲਬ, ਜਾਂ ਨਿੰਬੂ ਪਾਣੀ ਆ ਹੈ ਨਾ ਉਹ ਵਾਲਾ, ਤੇ ਦਾਲ ਫੁਲਕਾ, ਸਿੰਪਲ ਦਾਲ ਫੁਲਕਾ, ਸਵੇਰ ਨੂੰ ਮਿੱਸੀ ਰੋਟੀ ਦੇ ਸਕਦੇ ਹਾਂ ਉਹਨਾਂ ਨੂੰ, ਮਿੱਸੀ ਰੋਟੀ ਵੀ ਦੇ ਸਕਦੇ ਹਾਂ ਨਾਲ। ਪਰ ਜਿਹੜੇ ਹੁਣ ਪਕੌੜਿਆਂ ਦਾ ਲੰਗਰ ਆ ਤੇ ਜਲੇਬੀਆਂ ਦਾ ਲੰਗਰ ਆ, ਜਾਂ ਤਲੀਆਂ ਹੋਈਆਂ ਚੀਜ਼ਾਂ ਜਿਹੜੀਆਂ, ਉਹ ਸਾਨੂੰ ਬੰਦ ਕਰਨੀਆਂ ਪੈਣਗੀਆਂ ਆਉਣ ਵਾਲੇ ਟਾਈਮ ਦੇ ਵਿੱਚ। ਤੇ ਨਾਲ ਜਿਹੜੇ ਡਸਟਬਿਨਸ ਨੇ, ਜਿੰਨੇ ਵੀ ਡਸਟਬਿਨਸ ਪਏ ਨੇ, ਉਹ ਮੇਰੀ ਸਾਰਿਆਂ ਨੂੰ ਹੀ ਗੁਜ਼ਾਰਿਸ਼ ਹੈ ਕਿ ਉਹ ਕਵਰਡ ਹੋਣੇ ਚਾਹੀਦੇ ਨੇ, ਉਹ ਨੰਗੇ ਨਹੀਂ ਹੋਣੇ ਚਾਹੀਦੇ। ਉਹਨਾਂ ਉੱਤੇ ਮੱਖੀ ਮੱਛਰ ਪੈਦਾ ਹੋ ਰਿਹਾ। ਆਉਣ ਵਾਲੇ ਜਿਹੜੇ ਆਲੇ ਦੁਆਲੇ ਛੱਪਰ ਨੇ, ਉਹਨਾਂ ਦਾ ਵੀ ਕੋਈ ਸਿਸਟਮ ਬਣਾਉਣਾ ਪੈਣਾ ਕਿ ਜਿਹੜਾ ਖੁੱਲ੍ਹਾ ਪਾਣੀ ਆ ਉਹਦੇ ਉੱਤੇ ਡੇਂਗੂ ਪੈਦਾ ਹੋ ਰਿਹਾ, ਅਸੀਂ ਉਹਦਾ ਵੀ ਕੋਈ ਨਾ ਕੋਈ ਹੱਲ ਕੱਢ ਸਕੀਏ। ਸੋ ਇਹ ਸਨ ਡਾਕਟਰ ਗੁਰਪ੍ਰੀਤ ਕੌਰ, ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ। ਤੇ ਆਉਣ ਵਾਲੇ ਸਮੇਂ ਵਿੱਚ ਜੇਕਰ ਇਹ ਸੰਘਰਸ਼ ਲੰਮਾ ਚੱਲਦਾ ਹੈ ਤਾਂ ਸਿਹਤ ਨਾਲ ਸੰਬੰਧਿਤ ਕਿਸ ਤਰ੍ਹਾਂ ਦੇ ਪ੍ਰਬੰਧ ਇੱਥੇ ਕੀਤੇ ਜਾਣੇ ਚਾਹੀਦੇ ਨੇ, ਕਿਸ ਤਰ੍ਹਾਂ ਦਾ ਖਾਣ ਪੀਣ ਹੋਣਾ ਚਾਹੀਦਾ ਹੈ, ਕਿਸ ਤਰ੍ਹਾਂ ਸਾਫ਼ ਸਫਾਈ ਦੇ ਪ੍ਰਬੰਧ ਹੋਣੇ ਚਾਹੀਦੇ ਨੇ, ਉਸ ਦੇ ਬਾਰੇ ਜਿਹੜਾ ਆਪਣੀ ਜਾਣਕਾਰੀ ਹੈਗੀ ਜਿਹੜੀ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਆਮ ਲੋਕਾਂ ਤੁਹਾਡੇ ਨਾਲ, ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਸੋ ਉਮੀਦ ਕਰਦੇ ਹਾਂ ਕਿ ਇਹ ਸੰਘਰਸ਼ ਜਲਦੀ ਹੀ ਇੱਕ ਨਵਾਂ ਮੋੜ ਲਵੇਗਾ, ਖਤਮ ਹੋਵੇਗਾ, ਤੇ ਜਿਹੜੇ ਲੋਕ ਹੈ ਖੁਸ਼ੀ ਆਪਣੇ ਘਰਾਂ ਨੂੰ ਜਾਣਗੇ ਤੇ ਸਿਹਤਮੰਦ ਰਹਿਣਗੇ। ਮਨਵਿੰਦਰ ਸਿੰਘ ਟਵਾਣਾ ਦੇ ਨਾਲ ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ, ਕੁੰਡਲੀ, ਹਰਿਆਣਾ।